प्यारे विद्यार्थियों, सत श्री अकाल। मैं अनुप्रीत अरोड़ा सरकारी कन्या हाई स्कूल गांधी नगर जलंधर विखे बतौर साइंस अध्यापिका काम कर रही हाँ। बेटा, अज असी जमात 6वीं दे 6वें चैप्टर यानी कि चेंजिज अराउंड अस साडे आले दुआले दे परिवर्तन दियां किरियावां करन जा रहे हाँ। बेटा, उम्मीद करदी हाँ कि इस पाठ दीयां किरियावां नूं तुसीं बहुत ध्यान नाल समझोगे अते अपने घर विखे करके भी देखोगे। ते आओ चलिए पढ़िए 6वें पाठ दीयां किरियावां साडे आले दुआले दे परिवर्तन। बेटा, चेंजिज अराउंड अस साडे आले दुआले दे परिवर्तन। बेटा, तुसीं बहुत सारे परिवर्तन देखदे हो जो तुहाडे आले दुआले हुंदे ने, जिवें कि पत्तियां दा रंग बदल जाना, फुੱਲਾਂ दा खिड़ना। जे मैं तुहाडे शरीर दी गल करां तां ਉਹਦੇ ਵਿੱਚ भी बहुत सारे परिवर्तन हुंदे हन, जिवें कि नोहां दा वधना, कद दा लंबा होना ਅਤੇ ਭਾਰ ਦਾ ਵੱਧ ਜਾਣਾ। बेटा, इन्ने सारे परिवर्तनां बारे तुसीं सोचदे तां होवोगे कि ਇਹ किद्दां हुंदे ने ਜਾਂ ਇਹ ਕਿਉਂ ਹੁੰਦੇ ਨੇ। ਤੇ ਕੁਝ ਆਪਾਂ ਇਹੀ ਪੜ੍ਹਨਾ ਹੈ ਕਿ ਇਹ ਪਰਿਵਰਤਨਾਂ ਨੂੰ ਅਸੀਂ ਵਾਪਸ ਲਿਆ ਸਕਦੇ ਹਾਂ। ਕੀ ਅਸੀਂ ਕਿਹੜੇ ਪਰਿਵਰਤਨ ਹਨ ਜਿਨ੍ਹਾਂ ਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ। ਤੇ ਆਓ ਵਿਦਿਆਰਥੀਓ, ਵੱਖ-ਵੱਖ ਕਿਰਿਆਵਾਂ ਦੇ ਨਾਲ ਜਾਣੀਏ ਕਿ ਕਿਹੜੇ ਪਰਿਵਰਤਨਾਂ ਨੂੰ ਅਸੀਂ ਉਲਟਾ ਸਕਦੇ ਹਾਂ ਅਤੇ ਕਿਹੜੇ ਪਰਿਵਰਤਨਾਂ ਨੂੰ ਨਹੀਂ। ਠੀਕ ਹੈ ਵਿਦਿਆਰਥੀਓ, ਪਹਿਲੀ ਕਿਰਿਆ ਇਸ ਪਾਠ ਦੀ ਹੈ ਕਿ ਸਾਰੇ ਪਰਿਵਰਤਨ ਸਦਾ ਉਲਟ ਕੀਤੇ ਜਾ ਸਕਦੇ ਹਨ। ਬੇਟਾ, ਕਿ ਆਪਾਂ ਕਿਹੜੇ ਪਰਿਵਰਤਨਾਂ ਨੂੰ ਉਲਟਾ ਸਕਦੇ ਹਾਂ ਅਤੇ ਕਿਹੜਿਆਂ ਨੂੰ ਨਹੀਂ, ਇਹਨਾਂ ਨੂੰ ਲੈ ਕੇ ਅਸੀਂ ਇੱਕ ਕਿਰਿਆ ਕਰਨ ਜਾ ਰਹੇ ਹਾਂ। ਆਓ ਵਿਦਿਆਰਥੀਓ, ਕਿਰਿਆ ਨੰਬਰ 1 ਕਰੀਏ, ਉਲਟਾਉਣ ਯੋਗ ਕਿਰਿਆਵਾਂ ਦਾ ਅਧਿਐਨ ਕਰਨਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ 6ਵੀਂ ਦੇ ਜਮਾਤ ਦੇ 6ਵੇਂ ਪਾਠ ਦੀ ਸਾਡੇ ਆਲੇ ਦੁਆਲੇ ਦੇ परिवर्तन ਦੀ ਪਹਿਲੀ ਕਿਰਿਆ ਕਰਨ ਜਾ ਰਹੇ ਹਾਂ। ਉਲਟਾਉਣ ਯੋਗ ਕਿਰਿਆਵਾਂ ਦਾ ਅਧਿਐਨ ਕਰਨਾ। ਇਸ ਲਈ ਲੋੜੀਂਦਾ ਸਮਾਨ ਹੈ ਗੁਬਾਰਾ, ਕਾਗਜ਼ ਦਾ ਟੁਕੜਾ, ਗੁੰਨੇ ਹੋਏ ਆਟੇ ਦਾ ਪੇੜਾ। ਤੇ ਵਿਦਿਆਰਥੀਓ, ਆਓ ਆਪਾਂ ਇਹ ਕਿਰਿਆ ਕਰਦੇ ਹਾਂ। ਸਭ ਤੋਂ ਪਹਿਲੇ ਆਪਾਂ ਇੱਕ ਗੁਬਾਰਾ ਲਿਆ ਤੇ ਉਸ ਨੂੰ ਫੁਲਾਇਆ। गुब्बारा फुल के तुहाडे को इस आकार दा हो जाएगा। ठीक है बेटा, देखिया तुसी गुब्बारे नूं फुलाया ते गुब्बारे दा आकार अते शक्ल दोनों ही बदल गए। इस तो बाद मैं एक कागज दा पेपर लिया। ठीक है, सीधा A4 पेपर बेटा मैं कोई भी कागज दा ले लिया। आम तुसी भी अपनी कॉपी तो कोई भी पेपर ले सकते हो। इस पेपर नूं मैं मोड़ के आ तुसी क्लास च कदी छेड़खानी करदे हो, हवाई जहाज बनांदे हो, इस नूं इस दी शक्ल दे दित्ती। ठीक है बेटा, तीजी केस विच मैं गुज्जे होए आटे दा पेड़ा लिया। ठीक है बेटा, आटे दा पेड़ा लिया अते उस नूं वेल के रोटी दी शक्ल जां आकार दा बना दित्ता। बेटा, मैं 3 चीज़ां ते इह किरिया कीती। पहली किरिया कीती मैं गुब्बारे ते, दूजी किरिया कीती मैं पेपर ते, तीजी किरिया कीती मैं आटे दे पेड़े ते। ते आओ हुण इस किरिया तो असीं की कढिया। बेटा, आ गुब्बारे दी जे मैं हवा कढ दित्ता, ए गुब्बारे दी जे मैं हवा कढदा तुहाडे सामने देखो, आ देखो मैं गुब्बारा खोल रही हां ते गुब्बारे दा की बदलिया। गुब्बारा उसे ही शेप विच आ गया, उस दा आकार ते शक्ल उसे ही तरह दी हो गई। हुण जे मैं इस बने हुए हवाई जहाज खिडौने नूं खोलना तां देखो बेटा, साडे को पहले वर्गा पेपर ही आ गया। तीजी, जे मैं इस विले हुई चपाती नूं दोबारा पेड़ा करदा तो दोनों दा सेम रिजल्ट आ गया। इस किरिया तो सानू की पता लगता है बेटा
ਇਸ ਕਿਰਿਆ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਸ ਪਦਾਰਥ ਤੋਂ ਇਹ ਕਿਰਿਆਵਾਂ ਆਰੰਭ ਕੀਤੀਆਂ ਗਈਆਂ ਸਨ ਉਹ ਪਦਾਰਥ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਯਾਨੀ ਅਸੀਂ ਗੁਬਾਰੇ ਤੋਂ ਕਿਰਿਆ ਕੀਤੀ ਤੇ ਗੁਬਾਰੇ ਤੱਕ ਆ ਗਏ, ਅਸੀਂ ਕਾਗਜ਼ ਦੇ ਟੁਕੜੇ ਤੋਂ ਕਿਰਿਆ ਕੀਤੀ ਤੇ ਦੁਬਾਰਾ ਕਾਗਜ਼ ਦੇ ਟੁਕੜੇ ਤੇ ਆ ਗਏ, ਅਸੀਂ ਆਟੇ ਦੇ ਪੇੜੇ ਤੋਂ ਕਿਰਿਆ ਕੀਤੀ ਤੇ ਦੁਬਾਰਾ ਆਟੇ ਦੇ ਪੇੜੇ ਤੇ ਆ ਗਏ। ਇਹਦਾ ਮਤਲਬ ਉਹ ਪਰਿਵਰਤਨ ਜਿਨ੍ਹਾਂ ਵਿੱਚ ਪਦਾਰਥ ਆਰੰਭ ਕੀਤੀਆਂ ਗਈਆਂ ਵਾਪਸ ਉਸੇ ਹੀ ਪੋਜੀਸ਼ਨ ਵਿੱਚ ਜਾਂ ਉਸੇ ਹੀ ਸ਼ਕਲ ਜਾਂ ਆਕਾਰ ਵਿੱਚ ਆ ਜਾਂਦਾ ਹੈ, ਉਹ ਉਲਟਾਉਣ ਯੋਗ ਕਿਰਿਆਵਾਂ ਹੁੰਦੀਆਂ ਹੈ। ਇਹਦਾ ਮਤਲਬ ਇਸ ਕਿਰਿਆ ਵਿੱਚ ਆਪਾਂ ਉਲਟਾਉਣ ਯੋਗ ਕਿਰਿਆਵਾਂ ਦਾ ਅਧਿਐਨ ਕੀਤਾ। ਧੰਨਵਾਦ। ਦੇਖਿਆ ਵਿਦਿਆਰਥੀਓ, ਤੁਸੀਂ ਇਸ ਕਿਰਿਆ ਤੋਂ ਕੀ ਸਿੱਟਾ ਨਿਕਲਿਆ? ਤੁਸੀਂ ਸਭ ਤੋਂ ਪਹਿਲੇ ਇਹ ਕਿਰਿਆ ਗੁਬਾਰੇ ਨਾਲ ਕੀਤੀ ਤੇ ਗੁਬਾਰੇ ਨੂੰ ਵਾਪਸ ਉਹਦੀ ਜਗ੍ਹਾ ਤੇ ਉਹਦੀ ਸ਼ਕਲ ਤੇ ਉਹਦੇ ਆਕਾਰ ਤੇ ਲਿਆਏ। ਫਿਰ ਤੁਸੀਂ ਇਹ ਕਿਰਿਆ ਕਾਗਜ਼ ਦੇ ਟੁਕੜੇ ਨਾਲ ਕੀਤੀ ਤੇ ਕਾਗਜ਼ ਨੂੰ ਵੀ ਤੁਸੀਂ ਉਸ ਦੇ ਆਕਾਰ ਵਿੱਚ ਵਾਪਸ ਲਿਆਏ। ਫਿਰ ਅਸੀਂ ਪੇੜਾ ਲਿਆ। ਬੇਟਾ ਪੇੜੇ ਤੋਂ ਅਸੀਂ ਕੀ ਕੀਤਾ ਸੀ? ਅਸੀਂ ਪੇੜੇ ਤੋਂ ਰੋਟੀ ਨੂੰ ਵੇਲਿਆ ਸੀ। ਅਸੀਂ ਜਦੋਂ ਰੋਟੀ ਇਕੱਠੀ ਕੀਤੀ ਤੇ ਉਹ ਦੁਬਾਰਾ ਪੇੜਾ ਬਣ ਗਿਆ। ਇਹਦਾ ਮਤਲਬ ਕੀ ਹੋਇਆ? ਇਸ ਕਿਰਿਆ ਤੋਂ ਕੀ ਸਿੱਟਾ ਨਿਕਲਿਆ? ਇਹਨਾਂ ਕਿਰਿਆਵਾਂ ਵਿੱਚ ਇਹ ਸੰਭਵ ਹੈ ਕਿ ਜਿਸ ਪਦਾਰਥ ਤੋਂ ਇਹ ਕਿਰਿਆਵਾਂ ਆਰੰਭ ਕੀਤੀਆਂ ਗਈਆਂ ਸਨ ਉਹ ਪਦਾਰਥ ਨੂੰ ਅਸੀਂ ਵਾਪਸ ਲਿਆਂਦਾ। ਜਿੱਦਾਂ ਕਿ ਅਸੀਂ ਗੁਬਾਰੇ ਤੋਂ ਸ਼ੁਰੂ ਕੀਤਾ ਤੇ ਅਸੀਂ ਗੁਬਾਰੇ ਤੇ ਹੀ ਵਾਪਸ ਆ ਗਏ। ਅਸੀਂ ਕਾਗਜ਼ ਤੋਂ ਸ਼ੁਰੂ ਕੀਤਾ, ਅਸੀਂ ਕਾਗਜ਼ ਤੇ ਵਾਪਸ ਆ ਗਏ। ਅਸੀਂ ਆਟੇ ਦੇ ਪੇੜੇ ਤੋਂ ਸ਼ੁਰੂ ਕੀਤਾ, ਅਸੀਂ ਆਟੇ ਦੇ ਪੇੜੇ ਤੇ ਵਾਪਸ ਆ ਗਏ। ਪਰ ਬੇਟਾ ਇਸ ਕਿਰਿਆਵਾਂ ਵਿੱਚ ਕੀ ਹੋਇਆ? ਕੀ ਸਿੱਟਾ ਨਿਕਲਿਆ ਕਿ ਗੁਬਾਰਾ ਭਾਵੇਂ ਕਾਗਜ਼ ਤੇ ਭਾਵੇਂ ਆਟੇ ਦਾ ਪੇੜਾ, ਉਹਨਾਂ ਦੇ ਆਕਾਰ ਅਤੇ ਸ਼ਕਲ ਵਿੱਚ ਬਦਲਾਵ ਆਇਆ। ਇਹਨਾਂ ਕਿਰਿਆਵਾਂ ਨੂੰ ਅਸੀਂ ਉਲਟਾਉਣ ਯੋਗ ਪਰਿਵਰਤਨ ਜਾਂ ਫਿਰ ਪਰਤਵੇ ਪਰਿਵਰਤਨ ਕਹਿੰਦੇ ਹਾਂ। ਪਿਆਰੇ ਵਿਦਿਆਰਥੀਓ, ਉਲਟਾਉਣ ਯੋਗ ਪਰਿਵਰਤਨ ਕਿਉਂ ਕਹਿੰਦੇ ਆ? ਕਿਉਂਕਿ ਜਦੋਂ ਗੁਬਾਰਾ ਆਪਣੀ ਸ਼ਕਲ ਜਾਂ ਆਕਾਰ 'ਚ ਬਦਲਾਵ ਕਰ ਲੈਂਦਾ ਹੈ ਤਾਂ ਤੁਸੀਂ ਫਿਰ ਉਸ ਵਿੱਚੋਂ ਫੂਕ ਕੱਢਦੇ ਹੋ ਤੇ ਉਹ ਵਾਪਸ ਆਪਣੀ ਆਕਾਰ ਜਾਂ ਸ਼ਕਲ ਲੈ ਲੈਂਦਾ ਹੈ। ਇਸ ਲਈ ਇਹਨਾਂ ਪਰਿਵਰਤਨਾਂ ਨੂੰ ਅਸੀਂ ਉਲਟਾਉਣ ਯੋਗ ਪਰਿਵਰਤਨ ਕਹਿੰਦੇ ਹਾਂ। ਆਓ ਬੱਚੋ ਇਸ ਕਿਰਿਆ ਦੇ ਪ੍ਰਸ਼ਨ ਉੱਤਰ ਤੋਂ ਜਾਣੂ ਹੋਈਏ। ਉਲਟਾਉਣ ਯੋਗ ਪਰਿਵਰਤਨ ਦੀ ਉਦਾਹਰਨ ਦਿਓ। ਬੇਟਾ ਇਸ ਕਿਰਿਆ 'ਚ ਹੁਣੇ ਆਪਾਂ 3 ਉਦਾਹਰਨਾਂ ਕੀਤੀਆਂ ਹੈ। ਗੁਬਾਰੇ ਦਾ ਫੁੱਲਣਾ, ਨੋਟ ਕਰ ਲਓ ਆਪਣੀਆਂ ਕਾਪੀਆਂ ਤੇ ਜਲਦੀ ਜਲਦੀ ਬੇਟਾ। ਦੂਜਾ ਕਾਗਜ਼ ਨੂੰ ਮੋੜਨਾ। ਇਹ ਸਾਰੀਆਂ ਕਿਹੜੇ ਪਰਿਵਰਤਨ ਹੈ? ਇਹ ਉਲਟਾਉਣ ਯੋਗ ਪਰਿਵਰਤਨ ਹੈ। ਤੀਜਾ ਪਰਿਵਰਤਨ ਕਿਹੜਾ ਹੈ? ਆਟੇ ਤੋਂ ਰੋਟੀ ਨੂੰ ਵੇਲਣਾ। ਬੇਟਾ ਧਿਆਨ ਨਾਲ ਇੱਥੇ ਲਿਖਣਾ ਹੈ ਰੋਟੀ ਨੂੰ ਵੇਲਣਾ। ਠੀਕ ਹੈ ਬੇਟਾ। ਸੈਕਿੰਡ ਪ੍ਰਸ਼ਨ ਆਪਣੀ ਕਾਪੀਆਂ ਤੇ ਨੋਟ ਕਰੋ। ਉਲਟਾਉਣ ਯੋਗ ਪਰਿਵਰਤਨ ਵਿੱਚ ਪਦਾਰਥ ਵਿੱਚ ਕੀ ਪਰਿਵਰਤਨ ਆਉਂਦਾ ਹੈ? ਬੇਟਾ ਇਹਦਾ ਉੱਤਰ ਅਸੀਂ ਸਿੱਟੇ 'ਚ ਵੀ ਕੀਤਾ। ਉਲਟਾਉਣ ਯੋਗ ਪਰਿਵਰਤਨ ਵਿੱਚ ਪਦਾਰਥ ਦਾ ਕੀ ਬਦਲਦਾ? ਆਕਾਰ ਅਤੇ ਸ਼ਕਲ। ਬੇਟਾ ਪਦਾਰਥ ਦਾ ਕੀ ਬਦਲਦਾ? ਆਕਾਰ ਅਤੇ ਸ਼ਕਲ। ਠੀਕ ਹੈ ਪਿਆਰੇ ਵਿਦਿਆਰਥੀਓ, ਅਸੀਂ ਉਲਟਾਉਣ ਯੋਗ ਪਰਿਵਰਤਨ ਦਾ ਅਧਿਐਨ ਕੀਤਾ। ਆਓ ਆਪਣੀ ਅਗਲੀ ਕਿਰਿਆ ਤੋਂ ਜਾਣੂ ਹੋਈਏ। ਸਾਡੀ ਅਗਲੀ ਕਿਰਿਆ ਹੈ ਨਾ ਉਲਟਾਉਣ ਯੋਗ ਪਰਿਵਰਤਨ। ਬੇਟਾ ਹੁਣ ਜਿਹੜੇ ਪਰਿਵਰਤਨ ਅਸੀਂ ਪਹਿਲੇ ਕੀਤੇ ਉਹ ਸਾਰੇ ਤਾਂ ਉਲਟਾਉਣ ਯੋਗ ਸੀ, ਪਰ ਹੁਣ ਅਗਲੇ ਪਰਿਵਰਤਨ ਅਸੀਂ ਕਰਾਂਗੇ ਨਾ ਉਲਟਾਉਣ ਯੋਗ ਕਿਰਿਆਵਾਂ, ਯਾਨੀ अपरतवी ਕਿਰਿਆਵਾਂ ਦਾ ਅਧਿਐਨ ਕਰਨਾ। ਠੀਕ ਹੈ ਵਿਦਿਆਰਥੀਓ, ਤੇ ਆਓ ਕਰੀਏ ਕਿਰਿਆ। ਪਿਆਰੇ ਵਿਦਿਆਰਥੀਓ, ਹੁਣ ਆਪਾਂ 6ਵੇਂ ਪਾਠ ਸਾਡੇ ਆਲੇ ਦੁਆਲੇ ਦੇ ਪਰਿਵਰਤਨ ਦੀ ਦੂਜੀ ਕਿਰਿਆ ਕਰਨ ਜਾ ਰਹੇ ਹਾਂ। ਕਿਰਿਆ ਦਾ ਨਾਮ ਹੈ ਨਾ ਉਲਟਾਉਣ ਯੋਗ ਕਿਰਿਆਵਾਂ, ਯਾਨੀ अपरतवी ਕਿਰਿਆਵਾਂ ਦਾ ਅਧਿਐਨ ਕਰਨਾ। ਇਸ ਲਈ ਲੋੜੀਂਦਾ ਸਮਾਨ ਹੈ ਦੁੱਧ, ਦਹੀਂ, ਗੁੰਨੇ ਹੋਏ ਆਟੇ ਦਾ ਪੇੜਾ ਅਤੇ
बनी हुई रोटी। ते आओ प्यारे बच्चों ये किरिया करिए। इस किरिया लई सब तो पहले मैं गुन्ने हुए आटे दा पेड़ा लिया। ठीक है बेटा। उस तो बाद मैं गुन्ने हुए आटे दे पेड़े दी चपाती बनाई। ठीक है। तुसी सारे भी तवे ते चपाती बना सकते हो, है ना प्यारे विद्यार्थियों। इस तो बाद मैं थोड़ा जा दूध लिया। ठीक है। ते उस नू रात नू जाग या दही दा थोड़ा जा खट्टा लगा दिता। जदों मैं सवेरे देखिया ता ओ दुध दही विच परिवर्तित होया होया सी। ठीक है। दही विच। प्यारे विद्यार्थियों हुण जे मैं तुहानू कहां कि तुसी मैनू बनी हुई रोटी तो आटे दा पेड़ा दोबारा बना दो ते की ये संभव है? ते तुहाडा उत्तर होएगा नहीं, ये संभव नहीं है। इसे तरह जे मैं तुहानू कहां कि तुसी दही तो, प्यारे विद्यार्थियों तुसी दही तो दोबारा दुध बना दो ते की ये संभव है? नहीं विद्यार्थियों, ये संभव नहीं है। इस दा मतलब की होया? इस दा मतलब ये होया कि जिस पदार्थ तो ये क्रियावां आरंभ कीतियां गईयां सी वो पदार्थ अंत विच नहीं मिलिया। ठीक है ना विद्यार्थियों, क्योंकि सानू अंत विच पेड़े तो रोटी मिली पर रोटी तो पेड़ा नहीं मिलिया। दुध तो दही मिलिया पर दही तो दुध नहीं मिलिया। ਇਹਦਾ मतलब है ਇਹ ਕਿਰਿਆਵਾਂ ਨਾ ਉਲਟਾਉਣ ਯੋਗ ਕਿਰਿਆਵਾਂ ਹਨ, ਜਿਸ ਨੂੰ ਅਸੀਂ ਅਪਰਤਵੀਆਂ ਕਿਰਿਆਵਾਂ ਵੀ ਕਹਿੰਦੇ ਹਾਂ। ਇੰਗਲਿਸ਼ 'ਚ ਇਹਨਾਂ ਨੂੰ ਆਪਾਂ ਇਰਰਿਵਰਸਿਬਲ ਰਿਐਕਸ਼ਨਸ ਕਹਿੰਦੇ ਹਾਂ। यानी जो पदार्थ तो असी किरिया शुरू कीती वो सानू अंत ते नहीं मिलिया। धन्यवाद। देखिया प्यारे विद्यार्थियों ਇਹ ਕਿਰਿਆ 'ਚ ਕੀ ਸਿੱਟਾ ਨਿਕਲਿਆ। ਪਹਿਲੇ ਤਾਂ ਜਲਦੀ ਜਲਦੀ ਥੱਲੇ ਆ ਜਾਓ। ਅਸੀਂ ਦੁੱਧ ਲਿਆ, ਦੁੱਧ ਤੋਂ ਸਾਡੀ ਦਹੀਂ ਜੰਮੀ। ਅਸੀਂ ਦਹੀਂ ਤੋਂ ਦੁਬਾਰਾ ਦੁੱਧ ਬਣਾ ਸਕੇ? ਨਹੀਂ ਜੀ ਨਹੀਂ। ਅਸੀਂ ਆਟੇ ਦਾ ਪੇੜਾ ਲਿਆ, ਉਸ ਤੋਂ ਅਸੀਂ ਰੋਟੀ ਬਣਾਈ ਤਵੇ ਤੇ ਸੇਕ ਕੇ। ਕੀ ਅਸੀਂ ਦੁਬਾਰਾ ਰੋਟੀ ਤੋਂ ਆਟੇ ਦਾ ਪੇੜਾ ਬਣਾ ਸਕੇ? ਤੇ ਉੱਤਰ ਕੀ ਹੋਏਗਾ ਵਿਦਿਆਰਥੀਓ? ਉੱਤਰ ਹੋਏਗਾ ਨਹੀਂ। ਤੇ ਆਓ ਫਿਰ ਇਸ ਕਿਰਿਆ ਦਾ ਸਿੱਟਾ ਪੜ੍ਹੀਏ। ਇਹਨਾਂ ਕਿਰਿਆਵਾਂ ਵਿੱਚ ਇਹ ਸੰਭਵ ਨਹੀਂ ਹੈ ਕਿ ਜਿਸ ਪਦਾਰਥ ਤੋਂ ਇਹ ਕਿਰਿਆਵਾਂ ਆਰੰਭ ਕੀਤੀਆਂ ਸੀ, ਆਰੰਭ ਮਤਲਬ ਸ਼ੁਰੂ ਕੀਤੀਆਂ ਸੀ, ਉਹ ਪਦਾਰਥ ਨੂੰ ਵਾਪਸ ਲਿਆਂਦਾ ਜਾ ਸਕੇ। ਮਤਲਬ ਜਿਨ੍ਹਾਂ ਕਿਰਿਆਵਾਂ 'ਚ ਆਰੰਭ ਕੀਤਾ ਹੋਇਆ ਪਦਾਰਥ ਵਾਪਸ ਨਹੀਂ ਲਿਆਂਦਾ ਜਾ ਸਕਦਾ, ਉਹਨਾਂ ਕਿਰਿਆਵਾਂ ਨੂੰ ਅਸੀਂ ਨਾ ਉਲਟਾਉਣ ਯੋਗ ਪਰਿਵਰਤਨ ਕਹਿੰਦੇ ਹਾਂ, ਯਾਨੀ ਅਪਰਤਵੇ ਪਰਿਵਰਤਨ। ਪਿਆਰੇ ਵਿਦਿਆਰਥੀਓ ਹੁਣ ਮੈਨੂੰ ਲੱਗਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਕਿ ਪਰਤਵੇ ਪਰਿਵਰਤਨਾਂ 'ਚ ਅਸੀਂ ਆਰੰਭ ਕੀਤੇ ਪਦਾਰਥ ਨੂੰ ਵਾਪਸ ਲਿਆ ਸਕਦੇ ਹਾਂ, ਪਰ ਇਹਨਾਂ ਵਿੱਚ ਇਹ ਸੰਭਵ ਨਹੀਂ ਹੈ। ਪਿਆਰੇ ਵਿਦਿਆਰਥੀਓ ਕਾਪੀਆਂ ਤੇ ਨਾ ਉਲਟਾਉਣ ਯੋਗ ਪਰਿਵਰਤਨ ਦੀਆਂ ਉਦਾਹਰਨਾਂ ਲਿਖੋ। ਪਹਿਲੀ ਉਦਾਹਰਨ ਦੁੱਧ ਤੋਂ ਦਹੀਂ ਦਾ ਬਣਨਾ। ਦੂਜੀ ਉਦਾਹਰਨ ਪੇੜੇ ਤੋਂ ਰੋਟੀ ਦਾ ਤਵੇ ਤੇ ਬਣਨਾ। ਠੀਕ ਹੈ ਪਿਆਰੇ ਵਿਦਿਆਰਥੀਓ, ਹੁਣ ਆਪਾਂ ਇਸ ਕਿਰਿਆ ਨਾਲ ਰਿਲੇਟਡ ਪ੍ਰਸ਼ਨ ਉੱਤਰ ਕਰਾਂਗੇ। ਨਾ ਉਲਟਾਉਣ ਯੋਗ ਪਰਿਵਰਤਨ ਦੀ ਉਦਾਹਰਨ ਦਿਓ। ਮੈਂ ਤੁਹਾਨੂੰ ਹੁਣੇ ਕਾਪੀਆਂ ਤੇ ਨੋਟ ਕਰਵਾਈ ਹੈ। ਨਾ ਉਲਟਾਉਣ ਯੋਗ ਪਰਿਵਰਤਨ ਦੀ ਉਦਾਹਰਨ ਹੈ ਦੁੱਧ ਤੋਂ ਦਹੀਂ ਦਾ ਬਣਨਾ, ਆਟੇ ਤੋਂ ਬਣੀ ਹੋਈ ਰੋਟੀ। ਠੀਕ ਹੈ ਬੇਟਾ, ਆਟੇ ਤੋਂ ਬਣੀ ਹੋਈ ਰੋਟੀ ਜਿਹੜੀ ਤਵੇ ਤੇ ਸਿੱਕੀ ਹੋਵੇ। ਠੀਕ ਹੈ ਬੇਟਾ। ਦੂਜੀ ਮੈਂ ਤੁਹਾਡੇ ਲਈ ਇੱਕ ਹੋਰ ਉਦਾਹਰਨ ਲਈ ਹੈ। ਦੂਜਾ ਪ੍ਰਸ਼ਨ ਜਿਹੜਾ ਮੈਂ ਲਿਆ, ਅੰਬ ਦਾ ਪੱਕਣਾ ਕਿਸ ਤਰ੍ਹਾਂ ਦੀ ਕਿਰਿਆ ਹੈ? बेटा अंब आजकल गर्मियां च तुहानू बहुत स्वाद लगते हैं,
ਤੁਸੀਂ ਰੋਜ਼ ਅੰਬ ਖਾਂਦੇ ਹੋ, ਪਰ ਅੰਬ ਦੇ ਪੱਕਣ ਦੀ ਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ? ਅੰਬ ਦੇ ਪੱਕਣ ਦੀ ਕਿਰਿਆ ਨੂੰ ਆਪਾਂ ਨਾ ਉਲਟਾਉਣ ਯੋਗ ਪਰਿਵਰਤਨ ਕਹਿੰਦੇ ਹਾਂ। ਨਾ ਉਲਟਾਉਣ ਯੋਗ ਮਤਲਬ ਜਿਹੜਾ ਉਲਟ ਨਹੀਂ ਸਕਦਾ। ਠੀਕ ਹੈ ਪਿਆਰੇ ਵਿਦਿਆਰਥੀਓ, ਚਲੋ ਆਓ ਫਿਰ ਅਗਲੀ ਕਿਰਿਆ ਤੋਂ ਜਾਣੂ ਹੁੰਨੇ ਆ। ਬੇਟਾ ਇਸ ਕਿਰਿਆ ਵਿੱਚ ਆਪਾਂ ਮੋਮਬੱਤੀ ਦੇ ਜਲਨ ਦੀ ਪ੍ਰਕਿਰਿਆ ਨੂੰ ਸਮਝਾਂਗੇ। ਜਿਹੜਾ ਮੋਮਬੱਤੀ ਦਾ ਜਲਨ ਦੀ ਪ੍ਰਕਿਰਿਆ ਹੁੰਦੀ ਹੈ ਉਹ ਦੋਨੋਂ ਕਿਰਿਆਵਾਂ ਦਾ ਸੁਮੇਲ ਹੁੰਦੀ ਹੈ, ਯਾਨੀ ਪਰਤਵੀ ਅਤੇ ਅਪਰਤਵੀ ਕਿਰਿਆ ਦਾ, ਤੇ ਇਸ ਲਈ ਜਿਹੜਾ ਲੋੜੀਂਦਾ ਸਮਾਨ ਹੈ ਉਹ ਮੋਮਬੱਤੀ ਹੀ ਹੈ। ਸੋ ਪਿਆਰੇ ਵਿਦਿਆਰਥੀਓ, ਆ ਜਾਓ ਆਪਾਂ ਇਹ ਕਿਰਿਆ ਕਰੀਏ। ਪਿਆਰੇ ਵਿਦਿਆਰਥੀਓ, ਹੁਣ ਅਸੀਂ 6ਵੀਂ ਦੇ ਸਾਡੇ ਆਲੇ ਦੁਆਲੇ ਦੇ ਪਰਿਵਰਤਨ ਪਾਠ ਦੀ ਕਿਰਿਆਵਾਂ ਨੰਬਰ 3 ਕਰਨ ਜਾ ਰਹੇ ਹਾਂ। ਬੇਟਾ ਇਹ ਕਿਰਿਆ 'ਚ ਅਸੀਂ ਕੀ ਅਧਿਐਨ ਕਰਾਂਗੇ? ਮੋਮਬੱਤੀ ਦੇ ਜਲਨ ਤੋਂ ਪਰਤਵੀ ਅਤੇ ਅਪਰਤਵੀ ਕਿਰਿਆ ਨੂੰ ਸਮਝਣਾ। ਬੇਟਾ ਇਸ ਲਈ ਲੋੜੀਂਦਾ ਸਮਾਨ ਹੈ ਮੋਮਬੱਤੀ, ਤੇ ਇਸ ਕਿਰਿਆ 'ਚ ਇੱਕ ਗੱਲ ਅਸੀਂ ਪਰਤਵੀ ਅਤੇ ਅਪਰਤਵੀ ਦੋਨੋਂ ਕਿਰਿਆਵਾਂ ਨੂੰ ਸਮਝਾਂਗੇ। ਤੇ ਆਓ ਬੇਟਾ ਕਰੀਏ ਕਿਰਿਆ। ਸਭ ਤੋਂ ਪਹਿਲੇ ਇਸ ਲਈ ਮੈਂ ਇੱਕ ਮੋਮਬੱਤੀ ਲੈ ਲਈ, ਔਰ ਤੁਸੀਂ ਫੁੱਟੇ ਦੇ ਨਾਲ ਇਸ ਦੀ ਲੰਬਾਈ ਨੂੰ ਵੀ ਨਾਪ ਸਕਦੇ ਹੋ। ਠੀਕ ਹੈ ਬੇਟਾ। ਉਸ ਤੋਂ ਬਾਅਦ ਇਸ ਮੋਮਬੱਤੀ ਨੂੰ ਮੈਂ ਜਲਾ ਲਿਆ। ਦੇਖੋ ਇਹ ਕਿਰਿਆ ਤੁਸੀਂ ਆਪਣੇ ਪੇਰੈਂਟਸ ਜਾਂ ਆਪਣੇ ਟੀਚਰ ਦੀ ਪ੍ਰੈਜ਼ੈਂਸ 'ਚ ਕਰਨੀ ਹੈ। ਠੀਕ ਹੈ ਬੇਟਾ। ਜਦੋਂ ਮੈਂ ਇਸ ਮੋਮਬੱਤੀ ਨੂੰ ਜਲਾ ਕੇ ਥੋੜੀ ਦੇਰ ਰੱਖ ਦਿੱਤਾ ਤਾਂ ਦੇਖੋ ਤੁਸੀਂ ਨਾਲ ਇਸ ਮੋਮਬੱਤੀ 'ਚੋਂ ਮੋਮ ਨੇ ਪਿਘਲਣਾ ਸ਼ੁਰੂ ਕਰ ਦਿੱਤਾ। ਜਦੋਂ ਹੁਣ ਤੁਸੀਂ ਇਸ ਮੋਮਬੱਤੀ ਨੂੰ ਬੁਝਾ ਕੇ ਇਸ ਦੀ ਲੰਬਾਈ ਨਾਪੋਗੇ ਤਾਂ ਇਸ ਦੀ ਲੰਬਾਈ ਇਸ ਮੋਮਬੱਤੀ ਨਾਲੋਂ ਘੱਟ ਆਏਗੀ। ਕਿਉਂ? ਕਿਉਂਕਿ ਜਿਹੜਾ ਉਤਲਾ ਸਾਰਾ ਮੋਮ ਹੈ ਉਹ ਪਿਘਲ ਗਿਆ ਹੈ। ਪਰ ਜੇ ਤੁਸੀਂ ਦੁਬਾਰਾ ਇਸ ਮੋਮ ਨੂੰ ਇਸ ਮੋਮਬੱਤੀ ਨਾਲ ਜੋੜ ਦੋ ਤਾਂ ਫਿਰ ਕੀ ਹੋਏਗਾ? ਉਸ ਦੀ ਲੰਬਾਈ ਇਸ ਮੋਮਬੱਤੀ ਦੇ ਬਰਾਬਰ ਹੋ ਜਾਏਗੀ। ਇਹਦਾ ਮਤਲਬ ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ। ਬੇਟਾ ਹੁਣ ਮੰਨ ਲਓ ਮੈਂ ਇਸ ਮੋਮਬੱਤੀ ਨੂੰ ਫੂਕ ਮਾਰਾਂ। ਆਓ ਇਸ ਮੋਮਬੱਤੀ ਨੂੰ ਫੂਕ ਮਾਰ ਕੇ ਦੇਖੀਏ। ਆ ਦੇਖੋ ਧੂਆਂ, ਇਹ ਧੂਆਂ ਤੇ ਥੋੜੀ ਜੀ ਸਵਾਹ ਤੁਹਾਨੂੰ ਮੋਮਬੱਤੀ ਦੇ ਨਾਲ ਨਜ਼ਰ ਆਏਗੀ। ਬੇਟਾ ਇਹ ਧੂਆਂ ਅਤੇ ਇਹ ਸਵਾਹ ਵਾਪਸ ਨਹੀਂ ਆ ਸਕਦੇ। ਇਹਦਾ ਮਤਲਬ ਇਸ ਪਰਿਵਰਤਨ ਨੂੰ ਅਸੀਂ ਅਪਰਤਵਾ ਪਰਿਵਰਤਨ ਕਹਾਂਗੇ। ਆਓ ਬੇਟਾ ਦੋਨੋਂ ਪਰਿਵਰਤਨਾਂ 'ਚ ਫਰਕ ਸਮਝੀਏ। ਸਭ ਤੋਂ ਪਹਿਲੇ ਮੋਮਬੱਤੀ ਦੀ ਲੰਬਾਈ ਵਿੱਚ ਫਰਕ ਆਇਆ। ਠੀਕ ਹੈ ਬੇਟਾ, ਮੋਮਬੱਤੀ ਦੀ ਲੰਬਾਈ ਵਿੱਚ ਫਰਕ ਆਇਆ। ਆ ਦੇਖੋ। ਠੀਕ ਹੈ। ਹੁਣ ਇਸ ਮੋਮਬੱਤੀ ਦੀ ਲੰਬਾਈ 'ਚ ਫਰਕ ਨੂੰ ਅਸੀਂ ਦੁਬਾਰਾ ਮੋਮ ਨੂੰ ਜੋੜ ਕੇ ਨਾਲ ਪੂਰਾ ਕਰ ਸਕਦੇ ਹਾਂ। ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ। ਪਰ ਕੁਝ ਸੁਆਹ ਅਤੇ ਗੈਸ ਵਿੱਚ ਜਿਹੜਾ ਪਰਿਵਰਤਨ ਆਇਆ ਉਸ ਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ। ਇਸ ਲਈ ਉਹ ਪਰਤਵਾਂ ਪਰਿਵਰਤਨ ਹੈ। ਤੇ ਆਓ ਵਿਦਿਆਰਥੀਓ ਇੱਕ ਵਾਰੀ ਬਲੈਕ ਬੋਰਡ ਤੇ ਫਿਰ ਇਸ ਕਿਰਿਆ ਨੂੰ ਜਾਣੀਏ ਕਿ ਮੋਮਬੱਤੀ ਦੇ ਜਲਨ ਤੋਂ ਦੋ ਤਰ੍ਹਾਂ ਦੀਆਂ ਕਿਰਿਆਵਾਂ ਹੋਈਆਂ, ਪਰਤਵੀ ਕਿਰਿਆ ਅਤੇ ਅਪਰਤਵੀ ਕਿਰਿਆ। ਪਰਤਵੀ ਯਾਨੀ ਰਿਵਰਸੀਬਲ ਰਿਐਕਸ਼ਨ ਤੇ ਅਪਰਤਵੀ ਯਾਨੀ ਇਰਰਿਵਰਸੀਬਲ ਰਿਐਕਸ਼ਨ। ਧੰਨਵਾਦ। ਦੇਖੋ ਪਿਆਰੇ ਵਿਦਿਆਰਥੀਓ, ਹੁਣ ਇਸ ਕਿਰਿਆ ਦਾ ਸਿੱਟਾ ਜਾਣੀਏ। ਉਲਟਾਉਣਯੋਗ ਪਰਿਵਰਤਨ ਇਸ ਕਿਰਿਆ ਵਿੱਚ ਕੀ ਹੋਇਆ? ਬੇਟਾ ਆ ਮੋਮਬੱਤੀ ਸੀ, ਇਹ ਦੇਖੋ ਇਹ ਮੋਮ ਦਿਖ ਰਿਹਾ ਹੈ, ਯਾਨੀ ਜਿਹੜੇ ਮੋਮ ਪਿਘਲਿਆ ਹੈ ਅਗਰ ਉਸ ਨੂੰ ਆਪਾਂ ਦੁਬਾਰਾ ਮੋਮਬੱਤੀ ਤੇ ਲਗਾ ਦਈਏ ਤੇ ਮੋਮਬੱਤੀ ਦੀ ਲੰਬਾਈ ਜਿਹੜੀ ਹੈ ਉਹ ਉਨੀ ਹੀ ਬਣ ਜਾਏਗੀ, ਬਰਾਬਰ ਹੋ ਜਾਏਗੀ। ਇਹਦਾ ਮਤਲਬ ਉਲਟਾਉਣਯੋਗ ਪਰਿਵਰਤਨ ਕਿਹੜਾ ਹੋਇਆ? ਮੋਮਬੱਤੀ ਦੀ ਲੰਬਾਈ ਵਿੱਚ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ। ਠੀਕ ਹੈ ਬੇਟਾ। ਪਰ ਧਿਆਨ ਨਾਲ ਦੇਖੋ, ਮੋਮਬੱਤੀ ਦਾ ਧੂਆਂ ਤੁਹਾਨੂੰ ਨਜ਼ਰ ਆ ਰਿਹਾ ਹੈ, ਨਾਲ ਹੀ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ? ਥੋੜੀ ਥੋੜੀ ਸੁਆਹ ਜਿਹੜੀ ਮੋਮਬੱਤੀ ਨਾਲ ਲੱਗੀ ਹੈ। ਤੇ ਇਹਦਾ ਮਤਲਬ
ਨਾ ਉਲਟਾਉਣਯੋਗ ਪਰਿਵਰਤਨ ਕਿਹੜਾ ਹੋਇਆ? ਜਲਨ ਤੇ ਕੁਝ ਨਵੇਂ ਪਦਾਰਥ ਬਣਦੇ ਹਨ ਜਿਵੇਂ ਸੁਆਹ ਅਤੇ ਗੈਸ। ਇਹ ਪਰਿਵਰਤਨ ਨਹੀਂ ਉਲਟਾਏ ਜਾ ਸਕਦੇ। ਠੀਕ ਹੈ ਬੇਟਾ, ਇਹ ਪਰਿਵਰਤਨ ਆਪਾਂ ਨਹੀਂ ਉਲਟਾ ਸਕਦੇ, ਪਰ ਮੋਮਬੱਤੀ ਦੀ ਲੰਬਾਈ ਦਾ ਜਿਹੜਾ ਪਰਿਵਰਤਨ ਹੈ ਉਸ ਨੂੰ ਆਪਾਂ ਉਲਟਾ ਸਕਦੇ ਹਾਂ। ਇਸ ਦਾ ਮਤਲਬ ਕੀ ਹੋਇਆ? ਇਸ ਦਾ ਮਤਲਬ ਇਹ ਹੋਇਆ ਕਿ ਮੋਮਬੱਤੀ ਉਲਟਾਉਣਯੋਗ ਪਰਿਵਰਤਨ ਵੀ ਦਰਸਾਉਂਦੀ ਹੈ ਅਤੇ ਨਾ ਉਲਟਾਉਣਯੋਗ ਪਰਿਵਰਤਨ ਵੀ ਦਰਸਾਉਂਦੀ ਹੈ। ਆਓ ਪਿਆਰੇ ਵਿਦਿਆਰਥੀਓ, ਇਸ ਕਿਰਿਆ ਦੇ ਰਿਲੇਟਡ ਪ੍ਰਸ਼ਨ ਉੱਤਰ ਨੂੰ ਜਾਣੀਏ। ਤੇ ਪਹਿਲਾ ਪ੍ਰਸ਼ਨ ਹੈ, ਕੀ ਮੋਮਬੱਤੀ ਦੀ ਲੰਬਾਈ ਵਿੱਚ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ? ਤੇ ਇਸ ਦਾ ਉੱਤਰ ਹੈ ਹਾਂ, ਮੋਮਬੱਤੀ ਦੀ ਲੰਬਾਈ ਵਿੱਚ ਪਰਿਵਰਤਨ ਨੂੰ ਅਸੀਂ ਉਲਟਾ ਸਕਦੇ ਹਾਂ। ਬੇਟਾ ਕਿੱਦਾਂ ਉਲਟਾ ਸਕਦੇ ਹਾਂ? ਜਿਹੜਾ ਮੋਮ ਸਾਡੀ ਮੋਮਬੱਤੀ ਦੇ ਉੱਤੇ ਪਿਘਲਿਆ ਉਸ ਨੂੰ ਅਸੀਂ ਦੁਬਾਰਾ ਮੋਮਬੱਤੀ ਦੇ ਨਾਲ ਲਾ ਸਕਦੇ ਹਾਂ, ਹਨਾ? ਤੇ ਇਸ ਤਰ੍ਹਾਂ ਅਸੀਂ ਇਸ ਪਰਿਵਰਤਨ ਨੂੰ ਉਲਟਾ ਸਕਦੇ ਹਾਂ। ਅਗਲਾ ਪ੍ਰਸ਼ਨ ਲਵਾਂਗੀ, ਕੀ ਮੋਮਬੱਤੀ ਦੇ ਜਲਨ ਨਾਲ ਜਿਹੜੀ ਗੈਸ ਪੈਦਾ ਹੋਈ ਉਸ ਨੂੰ ਦੁਬਾਰਾ ਲਿਆਇਆ ਜਾ ਸਕਦਾ ਹੈ, ਜਾਂ ਜਿਹੜੀ ਸੁਆਹ ਪੈਦਾ ਹੋਈ ਉਸ ਨੂੰ ਦੁਬਾਰਾ ਲਿਆਇਆ ਜਾ ਸਕਦਾ ਹੈ? ਲਿਆਇਆ ਜਾ ਸਕਦਾ ਹੈ ਬੇਟਾ, ਦੱਸੋ? ਨਹੀਂ। ਕਿਉਂ? ਕਿਉਂਕਿ ਉਹ ਤੇ ਹਵਾ 'ਚ ਉੱਡ ਗਈ। ਤੇ ਇਹਦਾ ਮਤਲਬ ਉੱਤਰ ਕੀ ਹੋਇਆ? ਨਹੀਂ। ਯਾਨੀ ਨਾ ਉਲਟਾਉਣਯੋਗ ਪਰਿਵਰਤਨ। ਇਸ ਦਾ ਮਤਲਬ ਮੋਮਬੱਤੀ ਦੋਨੋਂ ਪਰਿਵਰਤਨਾਂ ਦਾ ਸੁਮੇਲ ਸਾਨੂੰ ਦੱਸਦੀ ਹੈ, ਉਲਟਾਉਣਯੋਗ ਅਤੇ ਨਾ ਉਲਟਾਉਣਯੋਗ ਪਰਿਵਰਤਨਾਂ ਦਾ। ਪਿਆਰੇ ਵਿਦਿਆਰਥੀਓ, ਆਓ ਹੁਣ ਆਪਾਂ ਇੱਕ ਵਾਰੀ ਦੁਹਰਾਈ ਕਰ ਲਈਏ ਕਿ ਅਸੀਂ ਇਹਨਾਂ ਕਿਰਿਆਵਾਂ ਤੋਂ ਕੀ ਸਿੱਖਿਆ। ਬੇਟਾ ਉਲਟਾਉਣਯੋਗ ਪਰਿਵਰਤਨ, ਪਰਤਵੇਂ ਪਰਿਵਰਤਨ, ਇਹਨਾਂ ਕਿਰਿਆਵਾਂ ਵਿੱਚ ਇਹ ਸੰਭਵ ਹੈ ਕਿ ਜਿਸ ਪਦਾਰਥ ਤੋਂ ਇਹ ਕਿਰਿਆਵਾਂ ਆਰੰਭ ਕੀਤੀਆਂ ਗਈਆਂ ਸਨ ਉਹ ਪਦਾਰਥ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਬੇਟਾ ਨਾ ਉਲਟਾਉਣਯੋਗ ਪਰਿਵਰਤਨ ਜਾਂ ਅਪਰਤਵੇਂ ਪਰਿਵਰਤਨ, ਇਹਨਾਂ ਕਿਰਿਆਵਾਂ ਵਿੱਚ ਇਹ ਸੰਭਵ ਨਹੀਂ ਕਿ ਜਿਸ ਪਦਾਰਥ ਤੋਂ ਇਹ ਕਿਰਿਆਵਾਂ ਆਰੰਭ ਕੀਤੀਆਂ ਗਈਆਂ ਸਨ ਉਹ ਪਦਾਰਥ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਯਾਨੀ ਨਾ ਉਲਟਾਉਣਯੋਗ 'ਚ ਨਹੀਂ ਸੰਭਵ ਤੇ ਉਲਟਾਉਣਯੋਗ ਵਿੱਚ ਇਹ ਸੰਭਵ ਹੈ। ਚਲੋ ਪਿਆਰੇ ਵਿਦਿਆਰਥੀਓ, ਜਲਦੀ ਜਲਦੀ ਇਸ ਦੇ ਦੋ ਅਭਿਆਸ ਦੇ ਪ੍ਰਸ਼ਨ ਕਰੀਏ। ਪਹਿਲਾ ਪ੍ਰਸ਼ਨ ਹੈ, ਜਦੋਂ ਤੁਸੀਂ ਪਾਣੀ ਨਾਲ ਭਰੇ ਇਲਾਕੇ ਵਿੱਚ ਘੁੰਮਦੇ ਹੋ ਤਾਂ ਆਪਣੇ ਕੱਪੜੇ ਨੂੰ ਮੋੜ ਕੇ ਉਸ ਦੀ ਲੰਬਾਈ ਘੱਟ ਕਰ ਲੈਂਦੇ ਹੋ। ਕੀ ਇਸ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ? ਹਾਂ ਬੇਟਾ, ਇਸ ਪਰਿਵਰਤਨ ਨੂੰ ਉਲਟਾਇਆ ਜਾ ਸਕਦਾ ਹੈ। ਕਿਉਂ ਉਲਟਾਇਆ ਜਾ ਸਕਦਾ ਹੈ? ਕਿਉਂਕਿ ਜਦੋਂ ਤੁਸੀਂ ਆਪਣੇ ਕੱਪੜੇ ਦੀ ਲੰਬਾਈ ਨੂੰ ਘਟਾਇਆ, ਉਹਨੂੰ ਤੁਸੀਂ ਮੋੜਿਆ ਸੀ। ਜਦੋਂ ਤੁਸੀਂ ਉਹਨੂੰ ਥੱਲੇ ਕਰੋਗੇ ਤਾਂ ਫੇਰ ਲੰਬਾਈ ਤੁਹਾਡੇ ਕੱਪੜੇ ਦੀ ਓਨੀ ਹੋ ਜਾਏਗੀ। ਇਹਦਾ ਮਤਲਬ ਹੈ ਕਿ ਜਦੋਂ ਅਸੀਂ ਪਾਣੀ ਨਾਲ ਭਰੇ ਇਲਾਕੇ ਵਿੱਚ ਘੁੰਮਦੇ ਹਾਂ ਤੇ ਜੋ ਕੱਪੜੇ ਦੀ ਲੰਬਾਈ ਨੂੰ ਮੋੜ ਕੇ ਘੱਟ ਕਰਦੇ ਹਾਂ ਉਹ ਪਰਿਵਰਤਨ ਉਲਟਾਇਆ ਜਾ ਸਕਦਾ ਹੈ। ਇਹਦਾ ਮਤਲਬ ਸਾਡਾ ਉੱਤਰ ਹੈ ਯੈਸ। ਬੇਟਾ ਦੂਜੀ ਮੈਂ ਇੱਕ ਸਾਰਣੀ ਲਈ ਹੈ ਔਰ ਇਹਦੇ ਵਿੱਚ ਵੱਖ-ਵੱਖ 6 ਪਰਿਵਰਤਨ ਲਏ ਹੈ। ਤੁਸੀਂ ਹੁਣ ਮੈਨੂੰ ਦੱਸੋਗੇ ਕਿ ਕਿਹੜਾ ਪਰਿਵਰਤਨ ਉਲਟਾਇਆ ਜਾ ਸਕਦਾ ਹੈ ਜਾਂ ਕਿਹੜਾ ਨਹੀਂ। ਸਭ ਤੋਂ ਪਹਿਲੇ ਦੁੱਧ ਤੋਂ ਦਹੀਂ ਦਾ ਬਣਨਾ, ਕੀ ਇਹ ਪਰਿਵਰਤਨ ਉਲਟਾਇਆ ਜਾ ਸਕਦਾ ਹੈ? ਜਲਦੀ ਦੱਸੋ ਵਿਦਿਆਰਥੀਓ। ਨਹੀਂ, ਇਹ ਪਰਿਵਰਤਨ ਨਹੀਂ ਉਲਟਾਇਆ ਜਾ ਸਕਦਾ। ਨੋ, ਠੀਕ ਹੈ ਨਾ ਬੇਟਾ, ਉੱਪਰ ਦੇਖੋ, ਨਹੀਂ। ਕਿਉਂਕਿ ਜੇ ਦੁੱਧ ਤੋਂ ਦਹੀਂ ਬਣ ਗਿਆ ਤੇ ਉਹ ਦਹੀਂ ਤੋਂ ਦੁੱਧ ਨਹੀਂ ਬਣ ਸਕਦਾ। ਅੰਬ ਦਾ ਪੱਕਣਾ, ਇਹ ਵੀ ਨਹੀਂ। ਠੀਕ ਹੈ, ਭੋਜਨ ਦਾ ਪੱਕਣਾ, ਰੋਟੀ ਪਕਾਈ ਸੀ ਅਸੀਂ, ਇਹ ਵੀ ਨਹੀਂ। ਠੀਕ ਹੈ ਬੇਟਾ, ਚੀਨੀ ਦਾ ਪਾਣੀ ਵਿੱਚ ਘੁਲਣਾ, ਹਾਂਜੀ ਬੇਟਾ, ਇਹ ਪਰਿਵਰਤਨ ਅਸੀਂ ਬਦਲ ਸਕਦੇ ਹਾਂ ਕਿ ਅਸੀਂ ਚੀਨੀ ਨੂੰ ਇੱਕ ਵਾਰੀ ਪਾਣੀ 'ਚ ਘੋਲ ਕੇ ਉਸ ਪਾਣੀ ਨੂੰ ਅਸੀਂ ਕੀ ਕਰਾਂਗੇ, ਉਬਾਲਾਂਗੇ
ਤੇ ਚੀਨੀ ਵਾਪਸ ਆ ਜਾਏਗੀ। ਇਸੇ ਤਰ੍ਹਾਂ ਆਈਸਕ੍ਰੀਮ ਦੇ ਪਿਘਲਣ ਨੂੰ ਵੀ ਅਸੀਂ ਉਲਟਾ ਸਕਦੇ ਹਾਂ ਔਰ ਇਸੇ ਤਰ੍ਹਾਂ ਲੱਕੜ ਦੇ ਟੁਕੜੇ ਨੂੰ ਚੀਰ ਕੇ ਅਸੀਂ ਵਾਪਸ ਉਸੇ ਜਗ੍ਹਾ ਤੇ ਲਿਆ ਸਕਦੇ ਹਾਂ। ਪਰ ਅਗਰ ਲੱਕੜ ਦਾ ਟੁਕੜਾ ਅਸੀਂ ਸਾੜ ਦਈਏ ਫਿਰ ਉਹ ਪਰਿਵਰਤਨ ਉਲਟਾਉਣ ਯੋਗ ਨਹੀਂ ਹੈ। ਠੀਕ ਹੈ ਪਿਆਰੇ ਵਿਦਿਆਰਥੀਓ, ਉਮੀਦ ਕਰਦੀ ਹਾਂ ਕਿ ਇਹ ਪਾਠ ਉਲਟਾਉਣਯੋਗ ਪਰਿਵਰਤਨ ਅਤੇ ਨਾ ਉਲਟਾਉਣਯੋਗ ਪਰਿਵਰਤਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਮੈਂ ਅਨੁਪ੍ਰੀਤ ਅਰੋੜਾ, ਸਾਇੰਸ ਅਧਿਆਪਿਕਾ, ਤੁਹਾਨੂੰ ਇਹ ਪਾਠ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਇਆ ਅਤੇ ਇਸ ਦੀਆਂ ਕਿਰਿਆਵਾਂ ਨੂੰ ਅਸੀਂ ਰਿਵਾਈਜ਼ ਕੀਤਾ। ਬੇਟਾ ਇਹ ਸਾਰੀਆਂ ਕਿਰਿਆਵਾਂ ਤੁਸੀਂ ਘਰ ਕਰਕੇ ਦੇਖਣੀਆਂ ਹੈ ਅਤੇ ਉਮੀਦ ਕਰਦੀ ਹਾਂ ਕਿ ਇਹ ਪਾਠ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।